पॉजिटिव ते नैगेटिव दो गल्लां होंदियां ने। मैं पॉजिटिव राजनीति 'ਚ विश्वास करदा। सब तो वड्डी गल जिहड़ी बीजेपी ਦੀਆਂ ਨੀਤੀਆਂ जो उन्होंने पंजाब दे लई, पंजाब दे लोकां लई, पंजाब दे सिੱਖਾਂ ਲਈ ਤੇ पंजाब दे दलित समाज ਦੇ ਲਈ ਉਹ ਕਰ ਰਹੇ ਆ, ਉਸ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅੱਜ ਮੈਂ ਉਹਨਾਂ ਦੇ ਵਿੱਚ ਸ਼ਾਮਲ ਹੋਇਆ। ਇਹੋ ਜਿਹਾ ਕੀ ਚੰਗਾ ਲੱਗਣ ਲੱਗ ਗਿਆ ਭਾਜਪਾ ਦੇ ਵਿੱਚ, ਕਿਉਂਕਿ ਕਿਸਾਨੀ ਅੰਦੋਲਨ ਦੌਰਾਨ ਤੁਸੀਂ ਡਟ ਕੇ ਵਿਰੋਧ ਕੀਤਾ, ਧਰਨੇ ਲਾਏ। ਪਾਰਟੀ ਦਾ ਵਿਰੋਧ ਨਹੀਂ ਕੀਤਾ, ਕਾਨੂੰਨਾਂ ਦਾ ਵਿਰੋਧ ਕੀਤਾ ਸੀ। ਸਾਰੇ ਪੰਜਾਬ ਨੇ ਕੀਤਾ, ਮੈਂ ਇਕੱਲੇ ਨੇ ਨਹੀਂ ਕੀਤਾ। ਸਾਡਾ ਵਿਰੋਧ ਨਰਿੰਦਰ ਮੋਦੀ ਜੀ ਨਾਲ ਨਹੀਂ ਸੀਗਾ, ਸਾਡਾ ਵਿਰੋਧ ਭਾਜਪਾ ਨਾਲ ਨਹੀਂ ਸੀ, ਸਾਡਾ ਵਿਰੋਧ ਕਾਨੂੰਨਾਂ ਨਾਲ ਸੀ। ਜਿੱਦਣ ਉਹਨਾਂ ਨੇ ਕਾਨੂੰਨ ਵਾਪਸ ਲਏ ਸਾਡਾ ਵਿਰੋਧ ਖਤਮ ਹੋ ਗਿਆ। ਜਦੋਂ ਇਹਨਾਂ ਨੇ ਸਾਡੇ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ ਅੱਗ ਲਾਈ, ਇਹਨਾਂ ਨੇ ਉਦੋਂ ਮਾਫੀ ਤੱਕ ਨਹੀਂ ਮੰਗੀ। ਉਹ ਵੀ ਮਾਫੀ ਕੀ ਤੋਂ ਮੰਗਵਾਈ? ਸਰਦਾਰ ਮਨਮੋਹਨ ਸਿੰਘ ਜੀ ਤੋਂ, ਵੀ ਉਹ ਬੰਦਾ ਮਾਫੀ ਮੰਗ ਲੇ। ਕਿ ਤੁਹਾਡੇ ਤੇ ਸਿੱਧੇ ਤੌਰ ਤੇ ਆ ਰਿਹਾ ਸੋਸ਼ਲ ਮੀਡੀਆ ਤੇ ਜਿਹੜੀਆਂ ਪੋਸਟਾਂ ਪਾਈਆਂ ਜਾ ਰਹੀਆਂ ਕਿ ਬੈਂਸ ਨੂੰ ਛੱਡ ਕੇ ਉਹਨਾਂ ਦਾ ਸਾਥੀ ਭੱਜ ਗਿਆ। ਅੱਜ ਉਹੀ ਲੋਕ ਜਿਹੜੇ ਅੱਜ ਪੋਸਟਾਂ ਕੱਲ੍ਹ ਦੀਆਂ ਪਾ ਰਹੇ ਆ ਵੀ ਅਸੀਂ ਬੈਂਸ ਦੇ ਨਾਲ ਆ, ਬੈਂਸ ਤੇਰੀ ਸੋਚ ਦੇ ਪਹਿਰਾ ਦੇਵਾਂਗੇ ਠੋਕ ਕੇ, ਤੇ ਇੱਕ ਪਾਸੇ ਜਦੋਂ ਕਿਸੇ ਦਾ ਸਟਿੰਗ ਕਰਦੇ ਕਿਸੇ ਅਫਸਰ ਦਾ, ਤੇ ਦੂਜੇ ਹੱਥੀਂ ਉਹਨੂੰ ਕਹਿੰਦੇ ਵੀ ਲਿਆ ਵੀ 2 ਲੱਖ, ਲਿਆ ਵੀ 5 ਲੱਖ। ਇਹ ਸੋਚ ਤੇ ਪਹਿਰਾ ਦਿੰਦੇ ਤੁਸੀਂ। ਇਹ ਮੈਂ ਵੀ ਤੁਹਾਨੂੰ ਮੈਂ ਕਹਿਦਾ ਜੀ ਉਹ ਬੈਂਸ ਐਂ ਕਰਦਾ ਰਿਹਾ, ਬੈਂਸ ਉਹ ਕਰਦਾ ਰਿਹਾ, ਮੇਰੇ ਵਾਸਤੇ ਚੰਗੀ ਗੱਲ ਨਹੀਂ ਹੈਗੀ। ਪਾਰਟੀ ਦੇ ਕੁਝ ਲੋਕਾਂ ਨੇ ਮਾੜਾ ਕੰਮ ਕੀਤਾ, ਉਹ ਮਾੜੀ ਗੱਲ ਹੈ, ਉਹ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਸੀ। ਉਹਨਾਂ ਨੂੰ ਦੁਕਾਨਦਾਰੀ ਆਪਦੀ ਹੁਣ ਵੀ ਬੰਦ ਕਰਨੀ ਚਾਹੀਦੀ ਹੈ। ਸਨੀ ਕੈਂਥ ਮਰਦਾ ਮਰ ਜੂਗਾ, ਲੇਕਿਨ ਸਿਮਰਜੀਤ ਬੈਂਸ ਦਾ ਸਾਥ ਨਹੀਂ ਛੱਡੂਗਾ। ਮੈਂ ਤਾਂ ਹੁਣ ਵੀ ਕਹਿੰਦਾ ਜੀ, ਮੈਂ ਤਾਂ ਹੁਣ ਵੀ ਕਹਿੰਦਾ ਸਾਥ ਦੀ ਗੱਲ ਇਹ ਨਹੀਂ, ਪੋਲੀਟੀਕਲ ਸਾਥ ਹਮੇਸ਼ਾ ਸਾਰੀ ਉਮਰ ਪੋਲੀਟੀਕਲ ਸਾਥ ਬੰਦੇ ਦਾ ਰਹਿੰਦਾ ਆ, ਬੰਦੇ ਦਾ ਨਿੱਜੀ ਸਾਥ ਵੀ ਹੁੰਦਾ। ਪੰਜਾਬ ਦੇ ਵਿੱਚ ਰਾਜਨੀਤਿਕ ਪਾਰਾ ਸਿਖਰਾਂ ਤੇ ਹੈ। ਤਾਜ਼ਾ ਗੱਲ ਕੀਤੀ ਜਾਵੇ ਲੋਕ ਇਨਸਾਫ ਪਾਰਟੀ ਦੇ ਆਗੂ ਸਨੀ ਕੈਂਥ ਦੀ, ਤਾਂ ਉਹਨਾਂ ਦੇ ਵੱਲੋਂ ਵੀ ਆਪਣੀ ਲੋਕ ਇਨਸਾਫ ਪਾਰਟੀ ਨੂੰ ਅਲਵਿਦਾ ਆਖ ਭਾਜਪਾ ਦੇ ਵਿੱਚ ਐਂਟਰੀ ਕੀਤੀ ਜਾਂਦੀ ਹੈ। ਹਾਲਾਂਕਿ ਪਹਿਲਾਂ ਵੀ ਕਈ ਵੱਡੇ ਨੇਤਾ ਜਿਹੜੇ ਨੇ ਵੱਖ-ਵੱਖ ਪਾਰਟੀਆਂ ਨੂੰ ਛੱਡ ਭਾਜਪਾ ਤੋਂ ਇਲਾਵਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੁੰਦੇ ਰਹੇ ਨੇ, ਪਰ ਇਸ ਦੇ ਪਿੱਛੇ ਕੀ ਵਜ੍ਹਾ ਸੀਗੀ ਉਸ ਦੇ ਲਈ ਗੱਲਬਾਤ ਕਰਾਂਗੇ। ਸਾਡੇ ਨਾਲ ਗਗਨਦੀਪ ਸਿੰਘ ਸਨੀ ਕੈਂਥ ਨੇ, ਜੋ ਲਗਾਤਾਰ ਰਾਜਨੀਤਿਕ ਦੇ ਵਿੱਚ ਸਕਰਿਆ ਸੀਗੇ ਔਰ ਉਹਨਾਂ ਦੇ ਵੱਲੋਂ ਲੋਕ ਇਨਸਾਫ ਪਾਰਟੀ ਦੇ ਵਿੱਚ ਪੰਜਾਬ ਪ੍ਰਧਾਨ ਦੇ ਅਹੁਦੇ ਤੇ ਜਿਹੜਾ ਤੈਨਾਤ ਸੀਗਾ ਯੂਥ ਵਿੰਗ ਦੇ ਵਿੱਚ। ਸਨੀ ਜੀ, ਸਭ ਤੋਂ ਪਹਿਲਾਂ ਪਾਰਟੀ ਨੂੰ ਛੱਡਣ ਦਾ ਕੀ ਰੀਜ਼ਨ ਰਿਹਾ ਤੁਹਾਡਾ? ਦੇਖੋ, ਪੋਜ਼ੀਟਿਵ ਤੇ ਨੈਗੇਟਿਵ ਦੋ ਗੱਲਾਂ ਹੁੰਦੀਆਂ ਨੇ। ਮੈਂ ਪੋਜ਼ੀਟਿਵ ਰਾਜਨੀਤੀ 'ਚ ਵਿਸ਼ਵਾਸ ਕਰਦਾ। ਪੋਜ਼ੀਟਿਵ ਰਾਜਨੀਤੀ ਨਾਲ ਤੁਸੀਂ ਆਪਦੇ ਸਮਾਜ ਦਾ, ਆਪਦੇ ਲੋਕਾਂ ਦਾ ਭਲਾ ਕਰ ਸਕਦੇ ਹੋ। ਔਰ ਸਭ ਤੋਂ ਵੱਡੀ ਗੱਲ ਜਿਹੜੀ ਬੀਜੇਪੀ ਦੀਆਂ ਨੀਤੀਆਂ ਜੋ ਉਹਨਾਂ ਨੇ ਪੰਜਾਬ ਦੇ ਲਈ, ਪੰਜਾਬ ਦੇ ਲੋਕਾਂ ਲਈ, ਪੰਜਾਬ ਦੇ ਸਿੱਖਾਂ ਲਈ ਤੇ ਪੰਜਾਬ ਦੇ ਦਲਿਤ ਸਮਾਜ ਦੇ ਲਈ ਉਹ ਕਰ ਰਹੇ ਆ, ਉਸ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅੱਜ ਮੈਂ ਉਹਨਾਂ ਦੇ ਵਿੱਚ ਸ਼ਾਮਲ ਹੋਇਆ। ਸਨੀ ਜੀ, ਇਹੋ ਜਿਹਾ ਕੀ ਚੰਗਾ ਲੱਗਣ ਲੱਗ ਗਿਆ ਭਾਜਪਾ ਦੇ ਵਿੱਚ, ਕਿਉਂਕਿ ਕਿਸਾਨੀ ਅੰਦੋਲਨ ਦੌਰਾਨ ਤੁਸੀਂ ਡਟ ਕੇ ਵਿਰੋਧ ਕੀਤਾ, ਧਰਨੇ ਲਾਏ, ਤੁਸੀਂ ਪਾਰਟੀ ਦੇ ਲਈ ਝੰਡਾ ਉੱਚਾ ਚੱਕਿਆ ਕਿ ਮੈਂ ਬੈਂਸ ਦੇ ਨਾਲ ਹਾਂ। ਅੱਜ ਬੈਂਸ ਮਾੜਾ ਹੋ ਗਿਆ ਜਾਂ ਪਾਰਟੀ ਜਿਹੜੀ ਆ ਉਹ ਮਾੜੀ ਹੋ ਗਈ? ਨਹੀਂ, ਮੈਂ ਤਾਂ ਕਹਿੰਦਾ ਨਹੀਂ ਬੈਂਸ ਮਾੜਾ ਹੋ ਗਿਆ। ਦੇਖੋ, ਵਿਰੋਧ ਕੀਤਾ, ਪਾਰਟੀ ਦਾ ਵਿਰੋਧ ਨਹੀਂ ਕੀਤਾ, ਕਾਨੂੰਨਾਂ ਦਾ ਵਿਰੋਧ ਕੀਤਾ ਸੀ। ਸਾਰੇ ਪੰਜਾਬ ਨੇ ਕੀਤਾ, ਮੈਂ ਇਕੱਲੇ ਨੇ ਨਹੀਂ ਕੀਤਾ। ਅੱਜ ਜਿਹੜੇ ਲੋਕਾਂ ਨੇ ਉਸ ਟਾਈਮ ਵਿਰੋਧ ਕੀਤਾ ਸੀ, ਅੱਜ ਉਹ ਬੀਜੇਪੀ ਦੇ ਵਿੱਚ ਸ਼ਾਮਿਲ ਹੋਏ ਆ। ਬਹੁਤ ਸਾਰੇ ਐਕਸ ਮਿਨਿਸਟਰਸ, MLA ਅੱਜ ਭਾਜਪਾ ਦੇ ਵਿੱਚ ਨੇ। ਉਹ ਵੀ ਲੋਕ ਵਿਰੋਧ ਕਰਦੇ ਸੀ, ਪਰ ਉਹ ਕਾਨੂੰਨਾਂ ਦਾ ਵਿਰੋਧ ਕਰਦੇ ਸੀ। ਸਾਡਾ ਵਿਰੋਧ ਨਰਿੰਦਰ ਮੋਦੀ ਜੀ ਨਾਲ ਨਹੀਂ ਸੀਗਾ, ਸਾਡਾ ਵਿਰੋਧ ਭਾਜਪਾ ਨਾਲ ਨਹੀਂ ਸੀ, ਸਾਡਾ ਵਿਰੋਧ ਕਾਨੂੰਨਾਂ ਨਾਲ ਸੀ। ਜਿੱਦਣ ਉਹਨਾਂ ਨੇ ਕਾਨੂੰਨ ਵਾਪਸ ਲਏ ਸਾਡਾ ਵਿਰੋਧ ਖਤਮ ਹੋ ਗਿਆ। ਪਰ ਕਿਸਾਨ ਤਾਂ ਹਾਲੇ ਵੀ ਵਿਰੋਧ ਕਰ ਰਹੇ ਨੇ, ਉਹ ਤਾਂ ਤਿਆਰੀ ਕਰ ਰਹੇ ਨੇ ਕਿ ਅਸੀਂ ਜਿਹੜਾ ਭਾਜਪਾ ਦੇ ਖਿਲਾਫ ਮੁੜ ਤੋਂ ਤਿਆਰੀ ਜਿਹੜੀ ਆ ਵਿੱਢਣ ਲੱਗੇ ਆ। ਦੇਖੋ ਜੀ, ਕਾਨੂੰਨ ਵਾਪਸ ਲੈ ਲਏ ਗਏ ਆ, ਉਹਨਾਂ ਦੀਆਂ ਮੰਗਾਂ ਮੰਨੀਆਂ ਗਈਆਂ ਨੇ। ਜਿੱਦਾਂ ਉਹ ਚਾਹੁੰਦੇ ਸੀ ਉੱਦਾਂ ਉਹ ਕੀਤਾ ਗਿਆ। ਅੱਜ ਤੱਕ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਆ, ਅੱਜ ਤੱਕ ਲੰਬੇ ਸਮੇਂ ਸਰਕਾਰ ਰਹੀ ਆ। ਤੁਸੀਂ ਆਹ ਦੱਸੋ ਵੀ ਕਾਂਗਰਸ ਪਾਰਟੀ ਦੇ ਕਿਹੜੇ ਪ੍ਰਧਾਨ ਮੰਤਰੀ ਨੇ ਕਦੇ ਮਾਫੀ ਮੰਗੀ ਹੋਵੇ? ਗਲਤ ਕਾਨੂੰਨ ਬਣਾ ਕੇ ਮਾਫੀ ਮੰਗ ਲਈ। ਕਾਂਗਰਸ ਪਾਰਟੀ ਦੇ ਕਿਹੜੇ ਕਿਸੇ ਆਗੂ ਨੇ ਮੂਹਰੇ ਆ ਕੇ ਮਾਫੀ? ਅਕਾਲ ਤਖਤ ਸਾਹਿਬ ਸਾਡੇ ਢਵਾਏ, ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ ਜਦੋਂ ਤੁਸੀਂ ਕਾਂਗਰਸ ਪਾਰਟੀ 'ਚ ਸੀ ਉਦੋਂ ਕਿਉਂ ਨਹੀਂ ਆਵਾਜ਼ ਚੱਕੀ? ਫਿਰ ਮੈਂ ਤਾਂ ਹੀ ਛੱਡੀ ਵੀ ਤਾਂ ਹੀ ਆ। ਜਦੋਂ ਆਪਦੀ ਦਸਤਾਰ ਦੀ ਬੇਅਦਬੀ ਹੋ ਗਈ, ਮੈਨੂੰ ਪਤਾ ਸੀ, ਮੈਂ ਛੱਡ ਕੇ ਪਹਿਲਾਂ ਤਾਂ ਹੀ ਆਇਆ ਸੀ। ਨਹੀਂ, ਉਹ ਤਾਂ ਲੋਕ ਇਨਸਾਫ ਪਾਰਟੀ 'ਚ ਆ ਗਏ ਸੀ ਨਾ ਤੁਸੀਂ। ਮੇਰੀ ਗੱਲ ਪੂਰੀ ਹੋਣ ਦਿਓ। ਜਦੋਂ ਇਹਨਾਂ ਨੇ ਸਾਡੇ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ ਅੱਗ ਲਾਈ, ਇਹਨਾਂ ਨੇ ਉਦੋਂ ਮਾਫੀ ਤੱਕ ਨਹੀਂ ਮੰਗੀ। ਉਹ ਵੀ ਮਾਫੀ ਕੀ ਤੋਂ ਮੰਗਵਾਈ? ਸਰਦਾਰ ਮਨਮੋਹਨ ਸਿੰਘ ਜੀ ਤੋਂ, ਵੀ ਉਹ ਬੰਦਾ ਮਾਫੀ ਮੰਗ ਲੇ। ਪਰ ਮੈਂ ਬੀਜੇਪੀ ਕਿਉਂ ਜੁਆਇਨ ਕੀਤੀ ਆ? ਉਹਨਾਂ ਲੋਕਾਂ ਨੇ, ਬੀਜੇਪੀ ਨੇ ਚੱਕ ਕੇ ਉਹਨਾਂ ਬੰਦਿਆਂ ਨੂੰ ਅੰਦਰ ਭੇਜਿਆ।
ਸੱਜਣ ਕੁਮਾਰ ਟਾਈਟਲਰ ਜਿਹੜਾ ਅੱਜ ਜਿਨ੍ਹਾਂ ਨੇ ਸਿੱਖਾਂ ਦੇ ਗਲਾਂ 'ਚ ਟਾਇਰ ਪਾਏ ਸੀ, ਅੱਜ ਅੰਦਰ ਬੈਠਾ ਨਾ। ਉਸ ਤੋਂ ਬਾਅਦ ਸੱਜਣ ਕੁਮਾਰ ਤੇ ਉਸ ਤੋਂ ਬਾਅਦ ਜਗਦੀਸ਼ ਟਾਈਟਲਰ ਦੀ ਤਿਆਰੀ ਹੈ ਅੰਦਰ ਜਾਣ ਦੀ। ਹੋਰ ਜਿਨ੍ਹਾਂ ਨੇ ਸਾਡੇ ਗਲਾਂ ਦੇ ਵਿੱਚ ਟਾਇਰ ਪਾਏ ਸਾਰੇ ਭਾਜਪਾ ਨੇ ਅੰਦਰ ਕੀਤੇ, ਕਿਸੇ ਕਾਂਗਰਸ ਨੇ ਨਹੀਂ ਅੰਦਰ ਕੀਤੇ। ਤੇ ਅਸੀਂ ਕਿਉਂ ਨਾ ਫੈਸਲਾ ਲਈਏ? ਅੱਜ ਦੇਸ਼ ਦੇ ਰਾਸ਼ਟਰਪਤੀ ਸ਼ਡਿਊਲ ਟਰਾਈਬਸ 'ਚ ਲਏ ਗਏ ਆ, ਦ੍ਰੌਪਦੀ ਮੁਰਮੂ ਜੀ। ਉਦੋਂ ਪਹਿਲਾਂ ਰਾਮਨਾਥ ਕੋਵਿੰਦ ਜੀ ਸਾਡੇ ਸਮਾਜ ਦੇ ਵਿੱਚੋਂ, ਦਲਿਤ ਸਮਾਜ ਦੇ ਵਿੱਚੋਂ ਲਏ ਗਏ। ਸਾਡੇ ਦੇਸ਼ ਦੇ ਮਿਨੋਰਟੀ ਕਮਿਸ਼ਨ ਦੇ ਚੇਅਰਮੈਨ ਪੰਜਾਬ ਦੇ ਵਿੱਚੋਂ ਲਏ ਜਾਂਦੇ ਆ, ਇਕਬਾਲ ਸਿੰਘ ਲਾਲਪੁਰਾ ਜੀ। ਸਾਡੇ ਦੇਸ਼ ਦੇ ਐਸਸੀ ਕਮਿਸ਼ਨ ਦੇ ਚੇਅਰਮੈਨ ਉਹ ਪੰਜਾਬ ਦੇ ਵਿੱਚੋਂ ਲਏ ਜਾਂਦੇ। ਤਾਂ ਕਿਉਂ ਨਾ ਅਸੀਂ ਨਾਲ ਜੁੜੀਏ? ਸਨੀ ਜੀ, ਸਵਾਲ ਇਹ ਨਹੀਂ ਹੈਗਾ ਕਿ ਪਾਰਟੀ ਦੇ ਵਿੱਚ ਜੁੜਨ ਦਾ ਹਰ ਕਿਸੇ ਦਾ ਰਾਈਟ ਹੈਗਾ। ਵੱਖ-ਵੱਖ ਪਾਰਟੀਆਂ ਦੇ ਵਿੱਚ ਜਾਂਦੇ ਨੇ, ਪਾਰਟੀ ਉਹਨਾਂ ਨੂੰ ਮਾਨ ਸਨਮਾਨ ਵੀ ਦਿੰਦੀ ਆ, ਪਰ ਰੀਜ਼ਨ ਕਿਤੇ ਨਾ ਕਿਤੇ ਇਹ ਆ ਜਾਂਦਾ ਕਿ ਲੋਕ ਇਨਸਾਫ ਪਾਰਟੀ ਦੇ ਵਿੱਚ ਤੁਸੀਂ ਸੀਨੀਅਰ ਅਹੁਦੇ ਤੇ ਸੀਗੇ, ਪੰਜਾਬ ਦੇ ਇੰਚਾਰਜ ਸੀਗੇ, ਤੁਸੀਂ ਯੂਥ ਵਿੰਗ ਦੇ ਇੰਚਾਰਜ ਸੀਗੇ। ਬੈਂਸ ਸਾਹਿਬ ਦੇ ਨਾਲ ਜਿਸ ਤਰੀਕੇ ਦੇ ਨਾਲ ਪਿਛਲੇ ਦਿਨੀ ਉਹਨਾਂ ਦੇ ਉੱਤੇ ਮਾਮਲਾ ਦਰਜ ਹੋਇਆ, ਜੇਲ੍ਹ ਦੇ ਵਿੱਚ ਗਏ, ਤੁਸੀਂ ਕਾਫੀ ਉਹਨਾਂ ਦਾ ਜਿਹੜਾ ਡਟ ਕੇ ਸਾਥ ਦਿੱਤਾ, ਨਾਲ ਉਹਨਾਂ ਦੇ ਖੜੇ ਵੀ ਹੋ। ਹਾਲਾਂਕਿ ਕਈ ਮਾਮਲੇ ਵੀ ਤੁਹਾਡੇ ਤੇ ਚੱਲ ਰਹੇ ਨੇ, ਪਰ ਕਿਤੇ ਨਾ ਕਿਤੇ ਆਸ਼ੰਕਾ ਜਿਹੜੀ ਹੈ ਵਰਕਰ ਇਹ ਨਿਰਾਸ਼ ਕਰ ਰਹੇ ਨੇ ਕਿ ਅਸੀਂ ਬੈਂਸ ਦੇ ਨਾਲ ਹਾਂ, ਭੱਜਣ ਵਾਲੇ ਨਹੀਂ। ਪਰ ਕਿਤੇ ਨਾ ਕਿਤੇ ਇਹ ਵੀ ਆ ਰਿਹਾ ਕਿ ਤੁਹਾਡੇ ਤੇ ਸਿੱਧੇ ਤੌਰ ਤੇ ਆ ਰਿਹਾ, ਸੋਸ਼ਲ ਮੀਡੀਆ ਤੇ ਜਿਹੜੀਆਂ ਪੋਸਟਾਂ ਪਾਈਆਂ ਜਾ ਰਹੀਆਂ ਕਿ ਬੈਂਸ ਨੂੰ ਛੱਡ ਕੇ ਉਹਨਾਂ ਦਾ ਸਾਥੀ ਭੱਜ ਗਿਆ। ਜਿਹੜੇ ਕਹਿੰਦੇ ਆ ਨਾ ਅਸੀਂ ਬੈਂਸ ਦੇ ਨਾਲ ਆ, ਇਹਨਾਂ ਲੋਕਾਂ ਨੇ ਹੀ ਰੇਹੜੀ ਲਾ ਕੇ ਦੁਕਾਨਦਾਰੀ ਖੋਲ੍ਹੀ ਆ। ਜਿਹੜੇ ਬੈਂਸ ਨੇ ਝੰਡਾ ਚੱਕਿਆ ਸੀ ਪੰਜਾਬ ਦੇ ਵਿੱਚ ਵੀ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਲੜੀ, ਉਹਨਾਂ ਨੇ ਚਿੱਟੇ ਦੇ ਖਿਲਾਫ ਉਹਨਾਂ ਨੇ ਲੜਾਈ ਲੜੀ, ਆਪਦੀ ਪਾਰਟੀ ਨੂੰ ਉਹਨਾਂ ਨੇ ਸਥਾਪਿਤ ਕੀਤਾ ਸਿਰਫ ਇਸ ਏਜੰਡੇ ਤੇ ਵੀ ਭ੍ਰਿਸ਼ਟਾਚਾਰ ਦੇ ਖਿਲਾਫ ਹੈ ਬੈਂਸ। ਅੱਜ ਉਹੀ ਲੋਕ ਜਿਹੜੇ ਅੱਜ ਪੋਸਟਾਂ ਕੱਲ੍ਹ ਦੀਆਂ ਪਾ ਰਹੇ ਆ ਵੀ ਅਸੀਂ ਬੈਂਸ ਦੇ ਨਾਲ ਆ, ਬੈਂਸ ਤੇ ਸੋਚ ਤੇ ਪਹਿਰਾ ਦੇਵਾਂਗੇ ਠੋਕ ਕੇ। ਤੇ ਇੱਕ ਪਾਸੇ ਜਦੋਂ ਕਿਸੇ ਦਾ ਸਟਿੰਗ ਕਰਦੇ ਕਿਸੇ ਅਫਸਰ ਦਾ, ਤੇ ਦੂਜੇ ਹੱਥੀ ਉਹਨੂੰ ਕਹਿੰਦੇ ਵੀ ਲਿਆ ਵੀ 2 ਲੱਖ, ਲਿਆ ਵੀ 5 ਲੱਖ। ਵੀ ਇਹ ਸੋਚ ਤੇ ਪਹਿਰਾ ਦਿੰਦੇ ਤੁਸੀਂ? ਇਹ ਉਹ ਲੋਕ ਨੇ ਜਿਹੜੇ ਪੋਸਟਾਂ ਪਾ ਰਹੇ ਆ। ਕਿਹੜੇ ਮੰਗਦੇ ਸੀਗੇ, ਕੁਝ ਦੱਸੋਗੇ? ਕਿਉਂਕਿ ਤੁਸੀਂ ਪਾਰਟੀ ਦੇ ਸੀਨੀਅਰ ਰਹੇ ਹੋ, ਨੇਤਾ ਰਹੇ ਹੋ, ਯੂਥ ਵਿੰਗ ਦੇ ਇੰਚਾਰਜ ਰਹੇ ਹੋ, ਤੁਹਾਡੇ ਮਾਮਲਾ ਵੀ ਧਿਆਨ 'ਚ ਆਉਂਦਾ ਰਿਹਾ। ਬੈਂਸ ਸਾਹਿਬ ਦੇ ਕਾਫੀ ਨਜ਼ਦੀਕੀ ਰਹੇ ਹੋ ਤੁਸੀਂ, ਹਰ ਜਿਹੜੀ ਮੀਟਿੰਗ ਦੇ ਵਿੱਚ ਤੁਸੀਂ ਸ਼ਾਮਲ ਹੁੰਦੇ ਰਹੇ ਹੋ। ਅਜਿਹੀ ਕੀ ਦੂਰੀ ਪੈ ਗਈ ਕਿ ਤੁਹਾਨੂੰ ਜਿਹੜਾ ਪਾਰਟੀ ਛੱਡਣੀ ਪੈ ਗਈ? ਰੀਜ਼ਨ ਤਾਂ ਫਿਰ ਉਹੀ ਆ ਜਾਂਦਾ, ਅਧਿਕਾਰ ਹਰ ਇੱਕ ਨੂੰ ਹੁੰਦਾ ਵੱਖ-ਵੱਖ ਪਾਰਟੀਆਂ ਦੇ ਵਿੱਚ ਜਾਣ ਦਾ, ਪਰ ਇਹੋ ਜਿਹੀ ਕੀ ਵਜ੍ਹਾ ਰਹਿ ਗਈ? ਦੇਖੋ, ਰੀਜ਼ਨ ਤੁਹਾਨੂੰ ਮੈਂ ਦੱਸ ਰਿਹਾ। ਜਿੱਦਣ ਦੇ ਬੈਂਸ ਸਾਹਿਬ ਇਹ ਪਕੌੜੇ ਹੋਏ ਆ, ਜੇਲ੍ਹ ਦੇ ਅੰਦਰ ਗਏ ਆ, ਉਹਨਾਂ ਦੇ ਪਿੱਛੋਂ ਉਹਨਾਂ ਦੀ ਭ੍ਰਿਸ਼ਟਾਚਾਰ ਦੀ ਜਿਹੜੀ ਉਹਨਾਂ ਨੇ ਖਿਲਾਫ ਜਿਹੜੀ ਇੱਕ ਫੇਸ ਬਣਾਇਆ ਸੀ ਪੰਜਾਬ ਦੇ ਵਿੱਚ, ਇਹਨਾਂ ਨੇ ਉਹ ਲੋਕਾਂ ਦੇ ਇਹਨਾਂ ਨੇ ਮਿੱਟੀ ਕੀਤਾ। ਆ ਥੱਲੇ ਵਾਲੇ ਕੁਝ ਲੋਕਾਂ ਨੇ ਜਿਹੜੇ ਤੁਸੀਂ ਗੱਲਾਂ ਕਰਦੇ, ਪੋਸਟਾਂ ਪਾਉਂਦੇ ਵੀ ਅਸੀਂ ਬੈਂਸ ਦੇ ਨਾਲ ਆ, ਬੈਂਸ ਨਾਲ ਰਹਾਂਗੇ, ਤੇ ਤੁਸੀਂ ਬੈਂਸ ਦੀ ਪਿੱਠ ਪਿੱਛੇ ਉਹਦੇ ਫਾਰਮੂਲੇ ਨੂੰ ਤੁਸੀਂ ਲੱਤਾਂ ਮਾਰ ਰਹੇ ਹੋ, ਨਿਸਤਾਨਬੂਦ ਕਰ ਰਹੇ ਹੋ। ਤੁਸੀਂ ਭਾਈ ਸਾਹਿਬ, ਮੇਰੇ ਕੋਲੇ ਬਹੁਤ ਸਾਰੇ ਅਫਸਰਾਂ ਨੇ, ਬਹੁਤ ਸਾਰੇ ਪਟਵਾਰੀਆਂ ਨੇ, ਬਹੁਤ ਸਾਰੇ ਕਈਆਂ ਨੇ ਅਪਰੋਚ ਕੀਤੀ ਹੈ ਵੀ ਤੁਹਾਡੇ ਆ ਬੰਦੇ ਸਾਨੂੰ ਬਲੈਕਮੇਲ ਕਰਦੇ ਆ, ਸਾਡੇ ਤੋਂ ਪੈਸੇ। ਆਵਾਜ਼ ਕਿਉਂ ਨਹੀਂ ਚੁੱਕੀ ਫਿਰ ਤੁਸੀਂ? ਚੁੱਕੀ ਆ, ਹੁਣ ਉਹ ਤਾਂ ਜੇਲ੍ਹ 'ਚ ਬੈਠੇ ਆ, ਹੁਣ ਅੰਦਰ ਬਹਿ ਕੇ ਤਾਂ ਕੁਝ ਕਰ ਨਹੀਂ ਸਕਦੇ। ਪਰ ਪਾਰਟੀ ਦੇ ਸਰਪ੍ਰਸਤ ਵੀ ਹੈਗੇ ਨੇ, ਬਲਵਿੰਦਰ ਬੈਂਸ, ਉਹਨਾਂ ਨਾਲ ਵੀ ਨੇੜਤਾ, ਉਹਨਾਂ ਨੂੰ ਵੀ ਦੱਸਿਆ, ਪਰ ਮੁਖੀ ਸਿਰਫ ਸਰਦਾਰ ਸਿਮਰਜੀਤ ਸਿੰਘ ਬੈਂਸ ਹੀ ਨੇ। ਜੋ ਉਹ ਕਹਿੰਦੇ ਉਹੀ ਕੁਝ ਚੱਲਦਾ ਹੈ। ਸਰਪ੍ਰਸਤ ਜਿਹੜੇ ਹੈਗੇ ਆ ਉਹਨਾਂ ਦੇ ਧਿਆਨ 'ਚ ਲਿਆਂਦਾ, ਪਰ ਕੁਝ ਲੋਕਾਂ ਨੇ ਆਪਦੀ ਦੁਕਾਨਦਾਰੀ ਨਹੀਂ ਬੰਦ ਕੀਤੀ। ਮੈਂ ਇਸ ਗੱਲ ਤੋਂ ਖਫਾ ਹੋ ਕੇ, ਜਿੰਨੀ ਦੇਰ ਮੈਂ ਪਾਰਟੀ 'ਚ ਰਿਹਾ, ਕਿਸੇ ਦਾ ਜ਼ਰੂਰਤ ਨਹੀਂ ਰਹੀ ਕਿਸੇ ਦੀ ਵੀ ਇਹ ਇਹੋ ਜਿਹਾ ਗਲਤ ਕੰਮ ਕਰ ਜਾਣ। ਜਿੱਥੇ ਸਾਨੂੰ ਪਤਾ ਲੱਗਦਾ ਸੀ ਅਸੀਂ ਉਹਨੂੰ ਨੱਥ ਪਾਉਂਦੇ ਸੀ, ਪਰ ਹੁਣ ਕਿੰਨੀ ਦੇਰ ਅਸੀਂ ਕਿਸੇ ਦੀਆਂ ਕੀਤੀਆਂ ਤੇ ਆਪ ਅਸੀਂ ਸਫਾਈਆਂ ਦਿੰਦੇ ਫਿਰੀਏ? ਜੇਲ੍ਹ ਦੇ ਵਿੱਚ ਜਿਹੜੀ ਤੁਸੀਂ ਮੁਲਾਕਾਤ ਕਰਕੇ ਆਏ ਹੋ, ਉਦੋਂ ਨਹੀਂ ਕੋਈ ਗੱਲਬਾਤ ਹੋਈ ਕਿ ਬੈਂਸ ਸਾਹਿਬ ਸ਼ਹਿਰ ਦੇ ਵਿੱਚ ਜਿਹੜੇ ਆ ਬਲੈਕਮੇਲਿੰਗ ਕੀਤੀ ਜਾ ਰਹੀ ਹੈ, ਪੈਸੇ ਮੰਗੇ ਜਾ ਰਹੇ ਆ, ਕੋਈ ਵੀ ਹੈ? ਕਿਉਂਕਿ ਹੁਣ ਤਾਂ ਸਰਕਾਰ ਵੀ ਚਲੋ ਬਦਲ ਗਈ ਹੈ। ਉਸ ਸਰਕਾਰ ਦੇ ਸਮੇਂ ਪਹਿਲਾਂ ਦੀ ਜਦੋਂ ਵਿਧਾਇਕ ਸੀਗੇ ਬੈਂਸ ਸਾਹਿਬ, ਤੇ ਉਸ ਤੋਂ ਪਹਿਲਾਂ ਹੀ ਅਜਿਹੇ ਕੰਮ ਹੋਏ ਹੋਣਗੇ ਜਾਂ ਨਹੀਂ ਹੋਏ ਹੋਣਗੇ, ਤਾਂ ਕਿਤੇ ਨਾ ਕਿਤੇ ਲੱਗਦਾ ਕਿ ਉਸ ਸਮੇਂ ਤਾਂ ਕਾਫੀ ਨੇੜਤਾ ਸੀਗੀ, ਉਸ ਸਮੇਂ ਵੀ ਆਪਾਂ ਨੂੰ ਦੱਸਣਾ ਚਾਹੀਦਾ ਸੀ। ਜਿੰਨੀ ਦੇਰ ਬੈਂਸ ਸਾਹਿਬ ਬਾਹਰ ਸੀਗੇ ਬਹੁਤ ਵਧੀਆ ਚੱਲ ਰਿਹਾ ਸਾਰਾ ਕੁਝ। ਬੈਂਸ ਸਾਹਿਬ ਦੇ ਅੰਦਰ ਜਾਣ ਤੋਂ ਬਾਅਦ ਕੁਝ ਲੋਕਾਂ ਨੇ ਆਪਦੀਆਂ ਦੁਕਾਨਦਾਰੀਆਂ ਖੋਲ੍ਹੀਆਂ, ਜੋ ਮੈਨੂੰ ਬਿਲਕੁਲ ਮੁਨਾਸਿਬ ਨਹੀਂ ਸੀਗਾ। ਅਸੀਂ ਦੇਖੋ ਮਿਹਨਤ ਕੀਤੀ ਹੈ ਪਾਰਟੀ ਦੇ ਵਿੱਚ, ਬਹੁਤ ਮਿਹਨਤ ਕੀਤੀ ਹੈ ਪਾਰਟੀ ਨੂੰ ਉੱਚਾ ਚੱਕਣ ਲਈ। ਪਾਰਟੀ ਦੇ ਯੂਥ ਵਿੰਗ ਨੂੰ ਸਾਰੇ ਪੰਜਾਬ ਦੇ ਵਿੱਚ ਇਕੱਲਾ ਮੈਂ ਹੀ ਹਾਂ ਜਿਹੜਾ ਯੂਥ ਵਿੰਗ ਦੇ ਵਿੱਚ 28 ਦੇ 28 ਸ਼ਹਿਰੀ ਦੇ ਹੱਥੀਂ ਮਿਲਾ ਕੇ ਜ਼ਿਲ੍ਹਾ ਪ੍ਰਧਾਨ ਮੈਂ ਹੀ ਲਾਏ ਸੀ ਪੂਰੇ ਪੰਜਾਬ 'ਚ, ਉਹ ਮੈਂ ਹੀ ਲਾਏ ਆ। ਤੇ ਅਸੀਂ ਸਾਡੇ ਕੁਝ ਲੋਕ ਉਸ ਚੀਜ਼ ਨੂੰ ਕਿਹੜੇ ਨੇ ਫਿਰ ਤੁਸੀਂ ਉਹਨੂੰ ਉਜਾਗਰ ਕਿਉਂ ਨਹੀਂ ਕਰਦੇ? ਤੁਸੀਂ ਕਿਉਂ ਨਹੀਂ ਦੱਸ ਰਹੇ? ਕਿਉਂਕਿ ਸਾਹਮਣੇ ਲੋਕਾਂ ਦੇ ਸਾਹਮਣੇ ਆਵੇ ਕਿ ਕਿਹੜੇ ਇਹੋ ਜਿਹੇ ਲੋਕ ਆ ਜਿਹੜੇ ਸਿਮਰਜੀਤ ਸਿੰਘ ਬੈਂਸ ਦੀ ਪਾਰਟੀ ਨੂੰ, ਉਹਨਾਂ ਦੇ ਨਾਮ ਨੂੰ ਜਿਹੜਾ ਖਰਾਬ ਕਰ ਰਹੇ ਨੇ। ਤੁਸੀਂ ਕਹਿੰਦੇ ਹੋ ਕਿ ਕਾਫੀ ਨੇੜਤਾ ਹੈਗੀ ਆ, ਪਰ ਨੇੜਤਾ ਹੈਗੀ ਆ, ਫਿਰ ਪਾਰਟੀ ਨੂੰ ਛੱਡਣ ਦੀ ਤੁਸੀਂ ਵਜ੍ਹਾ ਦੱਸ ਰਹੇ ਹੋ ਕਿ ਉਹਨਾਂ ਬੰਦਿਆਂ ਕਰਕੇ। ਅਜਿਹਾ ਤਾਂ ਕਦੀ ਦੇਖਿਆ ਨਹੀਂ ਹੈਗਾ ਕਿ ਕਿਸੇ ਬੰਦੇ ਕਰਕੇ ਆਪਣੀ ਪਾਰਟੀ ਨੂੰ ਜਾਂ ਆਪਣੇ ਪ੍ਰਧਾਨ ਨੂੰ ਕੋਈ ਛੱਡ ਕੇ ਚਲਾ ਜਾਵੇ। ਨਹੀਂ, ਮੈਂ ਤਾਂ ਦੱਸਿਆ ਮੈਨੂੰ ਨੀਤੀਆਂ ਚੰਗੀਆਂ ਲੱਗੀਆਂ ਬੀਜੇਪੀ ਦੀਆਂ, ਮੈਂ ਤੁਹਾਨੂੰ ਉਹ ਵੀ ਦੱਸਦੀਆਂ ਵੀ ਕਿਹੜੀ ਚੰਗੀਆਂ ਲੱਗੀਆਂ, ਕੀ ਕੀਤਾ।
ਪਰ ਗੱਲ ਇਹ ਆ ਵੀ ਜੋ ਉਹਨਾਂ ਨੇ ਜੋ ਕੁਝ ਲੋਕ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਫਿਰ ਐਵੇਂ ਉਹ ਨਵਾਂ ਮਸਲਾ ਸ਼ੁਰੂ ਹੋਊਗਾ। ਉਹਨਾਂ ਨੂੰ ਵੀ ਪਤਾ ਜਿਨ੍ਹਾਂ ਬਾਰੇ ਮੈਂ ਕਹਿ ਰਿਹਾ, ਤੇ ਬੈਂਸ ਸਾਹਿਬ ਨੂੰ ਵੀ ਪਤਾ ਮੈਂ ਜਿਨ੍ਹਾਂ ਬਾਰੇ ਕਹਿ ਕੇ ਆਇਆ। ਹੁਣ ਉਹਨਾਂ ਨੂੰ ਚਾਹੀਦਾ ਵੀ ਇਹਨਾਂ ਦਾ ਕਰਨਾ ਕੀ ਆ, ਵੀ ਭਾਈ ਅੱਗੇ ਹੋਰ ਆਪਦਾ ਨੁਕਸਾਨ ਨਾ ਕਰਾਓ ਪਾਰਟੀ ਦਾ, ਇਹ ਬੰਦਿਆਂ ਨੂੰ ਬਾਹਰ ਕੱਢੋ। ਜਿਹੜੇ ਬੰਦਿਆਂ ਨੇ ਤੁਹਾਡਾ ਇੰਨਾ ਨੁਕਸਾਨ ਤੁਹਾਨੂੰ ਇਸ ਪੋਜੀਸ਼ਨ ਤੱਕ ਲੈ ਕੇ ਆਏ ਆ, ਉਹ ਬੰਦਿਆਂ ਨੂੰ ਬਾਹਰ ਕੱਢੋ ਤੇ ਆਪਦੀ ਪਾਰਟੀ ਨੂੰ ਬਚਾਓ। ਇਸ ਤੋਂ ਇਲਾਵਾ ਗੱਲ ਕਰੀਏ ਤਾਂ ਤੁਹਾਡੀ ਅਗਲੀ ਰਣਨੀਤੀ ਕੀ ਆ? ਕਿਉਂਕਿ ਭਾਜਪਾ ਦੇ ਵਿੱਚ ਸ਼ਾਮਲ ਹੋਣਾ ਕੀ ਵੱਡੇ ਅਹੁਦੇ ਦੀ ਪੇਸ਼ਕਸ਼ ਹੋਈ ਆ ਤਾਂ ਕਰਕੇ ਗਏ ਹੋ, ਜਾਂ ਸਿਰਫ ਆਪਣੇ ਗਏ ਹੋ ਤੁਸੀਂ ਕਿ ਪਾਰਟੀ ਦੇ ਵਿੱਚ ਸ਼ਾਮਲ ਹੋਣਾ? ਨਹੀਂ, ਮੈਨੂੰ ਕੋਈ ਪੇਸ਼ਕਸ਼ ਨਹੀਂ ਹੋਈ ਜੀ, ਕੋਈ ਇੱਦਾਂ ਦੀ ਕੋਈ ਗੱਲ ਹੈ ਨਹੀਂ ਕੋਈ ਅਹੁਦੇ ਵਾਲੀ। ਮੈਂ ਐਜ਼ ਅ ਇੱਕ ਕਾਰਿਆਕਰਤਾ ਸ਼ਾਮਲ ਹੋਇਆ, ਕੋਈ ਆਪਣਾ ਸ਼ਰਤ ਰੱਖ ਕੇ ਨਹੀਂ ਸ਼ਾਮਲ ਹੋਇਆ। ਉਹ ਅੱਗੇ ਜੋ ਜ਼ਿੰਮੇਵਾਰੀ ਪੰਜਾਬ ਦੇ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਜੀ, ਜਨਰਲ ਸਕੱਤਰ ਜੀਵਨ ਗੁਪਤਾ ਜੀ ਜੋ ਜ਼ਿੰਮੇਵਾਰੀ ਮੇਰੀ ਲਾਉਣਗੇ, ਜਿੱਥੇ ਐਜ਼ ਅ ਵਰਕਰ, ਐਜ਼ ਅ ਕਾਰਿਆਕਰਤਾ, ਐਜ਼ ਅ ਜੋ ਵੀ ਲਾਉਣਗੇ, ਉਹਨੂੰ ਮੈਂ ਆਪਦੀ ਪੂਰੀ ਤਨਦੇਹੀ ਨਾਲ ਆਪਣੀ ਪੂਰੀ ਟੀਮ ਦੇ ਨਾਲ, ਆਪਣੇ ਪੂਰੇ ਤਾਮਝਾਮ ਦੇ ਨਾਲ ਉਸ ਚੀਜ਼ ਦੇ ਵਿੱਚ ਉਹਨੂੰ ਸਰ ਕਰਕੇ ਦਿਖਾਊਂਗਾ। ਸਨੀ ਜੀ, ਇੱਕ ਸਵਾਲ ਫਿਰ ਆ ਜਾਂਦਾ ਕਿ ਭਾਜਪਾ ਦੇ ਵਿੱਚ ਸ਼ਾਮਲ ਹੋਣਾ ਕਿਤੇ ਨਾ ਕਿਤੇ ਤੁਹਾਡੀ ਵਿਰੋਧੀ ਧਿਰ ਬਣ ਚੁੱਕੀ ਹੈ। ਲੋਕ ਇਨਸਾਫ ਪਾਰਟੀ ਇੱਕ ਵਿਰੋਧੀ ਧਿਰ ਬਣ ਚੁੱਕੀ ਹੈ। ਤੁਸੀਂ ਉਸ ਪਾਰਟੀ ਦੇ ਵਿੱਚ ਕਾਫੀ ਲੰਬਾ ਅਰਸਾ ਬਿਤਾਇਆ, ਇੱਕ ਤੁਸੀਂ ਹਲਕੇ ਤੋਂ ਚੋਣ ਵੀ ਲੜੀ, ਪਰ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਨਹੀਂ ਕਿ ਸਿਮਰਜੀਤ ਸਿੰਘ ਬੈਂਸ ਦੇ ਬਾਹਰ ਆਉਣ ਦੀ ਉਡੀਕ ਕਰਨੀ ਚਾਹੀਦੀ ਸੀ, ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਸੀ? ਨਹੀਂ, ਮੈਂ ਗੱਲਬਾਤ ਕੀਤੀ ਹੈ ਜੀ। ਮੈਂ ਤੁਹਾਨੂੰ ਦੱਸਿਆ, ਇੱਕ ਨੈਗੇਟਿਵ ਹੁੰਦਾ, ਇੱਕ ਪੋਜ਼ਿਟਿਵ ਹੁੰਦਾ। ਮੈਂ ਪੋਜ਼ਿਟਿਵ ਸਿਆਸਤ 'ਚ ਵਿਸ਼ਵਾਸ ਕਰਦਾ, ਮੈਂ ਨੈਗੇਟਿਵ ਸਿਆਸਤ 'ਚ ਵਿਸ਼ਵਾਸ ਨਹੀਂ ਕਰਦਾ। ਪਿਛਲੇ 1.5 ਸਾਲ ਤੋਂ ਸਾਰਾ ਕੁਝ ਨੈਗੇਟਿਵ ਸਿਆਸਤ ਚੱਲ ਰਹੀ ਹੈ। ਮੈਂ ਉਸ ਚੀਜ਼ ਦਾ ਨਾ ਪਹਿਲਾਂ ਕਦੇ ਹਿੱਸਾ ਸੀ ਅਤੇ ਨਾ ਮੈਂ ਅੱਗੇ ਕਦੇ ਬਣਨਾ ਚਾਹੁੰਦਾ ਸੀ। ਇਸ ਕਰਕੇ ਇਹ ਵੀ ਬਹੁਤ ਵੱਡਾ ਕਾਰਨ ਰਿਹਾ। ਪਰ ਮੈਨੂੰ ਭਾਜਪਾ ਦੀਆਂ ਨੀਤੀਆਂ ਬਹੁਤ ਚੰਗੀਆਂ ਲੱਗੀਆਂ। ਮੈਂ ਤੁਹਾਨੂੰ ਸਾਰਾ ਦੱਸ ਕੇ ਹਟਿਆ, ਸਾਰਾ ਵੇਰਵਾ ਦਿੱਤਾ। ਮੈਨੂੰ ਚੰਗੀਆਂ ਲੱਗੀਆਂ ਅਤੇ ਮੈਂ ਸਮਝਦਾ ਮੈਂ ਲੇਟ ਹੋ ਗਿਆ। ਇਹ ਮੈਨੂੰ ਪਹਿਲਾਂ ਜੁਆਇਨ ਕਰ ਜਾਣੀ ਚਾਹੀਦੀ ਸੀ, ਅਤੇ ਮੇਰਾ ਫੈਸਲਾ ਥੋੜ੍ਹਾ ਜਿਹਾ ਲੇਟ ਜ਼ਰੂਰ ਰਿਹਾ। ਮੈਨੂੰ ਪਹਿਲਾਂ ਫੈਸਲਾ ਲੈ ਲੈਣਾ। ਕਿਤੇ ਇਹ ਤਾਂ ਨਹੀਂ ਹੈਗਾ ਕਿ ਸਿਮਰਜੀਤ ਸਿੰਘ ਬੈਂਸ ਅਗਰ ਜੇਲ੍ਹ ਤੋਂ ਬਾਹਰ ਆ ਜਾਂਦੇ ਨੇ ਤਾਂ ਉਹ ਸਨੀ ਕੈਂਥ ਦੇ ਨਾਲ ਮੁਲਾਕਾਤ ਕਰਦੇ ਨੇ ਤਾਂ ਘਰ ਵਾਪਸੀ ਹੋ ਸਕਦੀ ਹੈ? ਨਹੀਂ, ਇੱਦਾਂ ਤਾਂ ਕਦੇ ਹੋ ਹੀ ਨਹੀਂ ਸਕਦਾ, ਕਦੇ ਹੋਇਆ ਅੱਜ ਤੱਕ ਤੁਸੀਂ ਦੇਖਿਆ? ਹੁਣ ਕਾਂਗਰਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜੀ ਕਾਂਗਰਸ ਛੱਡ ਕੇ ਬੀਜੇਪੀ ਸ਼ਾਮਲ ਹੋਏ ਆ, ਅਤੇ ਉਹਨਾਂ ਦੀ ਤਾਂ ਅੱਜ ਵੀ ਕਾਂਗਰਸੀ ਬਹੁਤ ਮਿਲਦੇ ਆ ਉਹਨਾਂ ਨੂੰ। ਜੋ ਤੁਹਾਡੀਆਂ ਦੂਰੀਆਂ ਹੈਗੀਆਂ ਨੇ, ਜੋ ਤੁਹਾਡੀਆਂ ਨਿਰਾਸ਼ਾ ਹੈਗੀ ਆ ਵਰਕਰਾਂ ਦੇ ਪ੍ਰਤੀ, ਤੁਸੀਂ ਕਹਿੰਦੇ ਹੋ ਕਿ ਪੈਸੇ ਲਏ ਜਾਂਦੇ ਸੀ। ਆਖਿਰ ਸਿਮਰਜੀਤ ਸਿੰਘ ਬੈਂਸ 'ਤੇ ਵੀ ਕਈ ਵਾਰ ਇਲਜ਼ਾਮ ਲੱਗਦੇ ਰਹੇ ਨੇ ਕਿ ਪਾਰਟੀ ਦੇ ਵੱਲੋਂ ਜਿਹੜੇ ਪੈਸੇ ਇਕੱਠੇ ਕੀਤੇ ਜਾਂਦੇ ਨੇ, ਚਾਹੇ ਸਰਕਾਰੀ ਦਫ਼ਤਰਾਂ ਦੇ ਵਿੱਚ ਹੋਵੇ, ਤੁਸੀਂ ਜ਼ਿਕਰ ਕੀਤਾ ਕਿ ਬਲੈਕਮੇਲ ਕੀਤਾ ਜਾਂਦਾ ਸੀ। ਤੁਸੀਂ ਪਾਰਟੀ ਦੇ ਉੱਤੇ ਵੱਡੇ ਇਲਜ਼ਾਮ ਲਗਾ ਰਹੇ ਹੋ, ਹਾਲਾਂਕਿ ਪਾਰਟੀ ਮੁਖੀ ਵੀ ਇਸ ਦੇ ਵਿੱਚ ਇਨਵੋਲਵ ਹੋ ਸਕਦਾ, ਮੰਨਦੇ ਹੋ? ਮੈਂ ਤੁਹਾਨੂੰ ਦੱਸਦਾ, ਪਾਰਟੀ ਦੇ ਵਿੱਚ ਪਹਿਲੀ ਗੱਲ ਤਾਂ ਕੋਈ ਪੈਸਾ ਨਹੀਂ ਇਕੱਠਾ ਕੀਤਾ ਜਾਂਦਾ ਸੀ। ਪਾਰਟੀ ਦੇ ਵਿੱਚ ਚਲਾਉਣ ਵਾਲੇ ਕੁਝ ਚੰਦ ਲੋਕ ਜਿਹੜੀ ਆਪਦੀ ਕਿਰਤ ਕਮਾਈ ਦੇ ਵਿੱਚੋਂ ਪਾਰਟੀ ਚਲਾਉਂਦੇ ਸੀ, ਜਿਹਦੇ ਵਿੱਚ ਸਭ ਤੋਂ ਵੱਡਾ ਹਿੱਸਾ ਸਿਮਰਜੀਤ ਬੈਂਸ ਦਾ ਪਰਿਵਾਰ ਦਾ ਹੁੰਦਾ ਸੀ। ਕੁਝ ਮੇਰੇ ਵਰਗੇ ਛੋਟੇ ਮੋਟੇ ਲੋਕ ਅਸੀਂ ਥੋੜ੍ਹਾ ਬਹੁਤ ਆਪਦਾ ਤੁਲਫੁਲ ਕਰਦੇ ਸੀ। ਪਾਰਟੀ ਨੇ ਕਦੇ ਕਿਸੇ ਤੋਂ ਫੰਡ ਨਹੀਂ ਲਿਆ। ਇਹ ਮੈਂ ਐਵੇਂ ਤੁਹਾਨੂੰ ਕਹਿਦਾ ਜੀ ਉਹ ਬੈਂਸ ਐਂ ਕਰਦਾ ਰਿਹਾ, ਬੈਂਸ ਉਹ ਕਰਦਾ ਰਿਹਾ, ਮੇਰੇ ਵਾਸਤੇ ਚੰਗੀ ਗੱਲ ਨਹੀਂ ਹੈਗੀ। ਪਾਰਟੀ ਦੇ ਕੁਝ ਲੋਕਾਂ ਨੇ ਮਾੜਾ ਕੰਮ ਕੀਤਾ, ਉਹ ਮਾੜੀ ਗੱਲ ਹੈ, ਉਹ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਸੀ। ਉਹਨਾਂ ਨੂੰ ਦੁਕਾਨਦਾਰੀ ਆਪਦੀ ਹੁਣ ਵੀ ਬੰਦ ਕਰ ਲੈਣੀ ਚਾਹੀਦੀ ਆ। ਹੁਣ ਵੀ ਮੈਂ ਦੱਸਦਾ, ਮੈਂ ਬੈਂਸਾਂ ਨੂੰ ਕਿਹਾ ਉਦੋਂ, ਮੈਂ ਕਿਹਾ ਉਹਨਾਂ ਨੂੰ ਬੰਦ ਕਰਾ ਦਿਓ, ਨੁਕਸਾਨ ਬਹੁਤ ਕਰਾਉਣਗੇ। ਹੁਣ ਵੀ ਬੰਦ ਕਰ ਦੇਣ। ਉਹ ਅਫਸਰ, ਉਹ ਲੋਕ ਮੈਨੂੰ ਮਿਲਣ, ਮੈਨੂੰ ਮਿਲੇ ਵੀ ਹੈ ਕੁਝ, ਉਹ ਵੀ ਮਿਲਣ ਜਿਨ੍ਹਾਂ ਤੋਂ ਬੰਦੇ ਪੈਸੇ ਮੰਗਦੇ, ਫਿਰ ਅਸੀਂ ਦੱਸਾਂਗੇ। ਸਨੀ ਜੀ, ਕੁਝ ਵਰਕਰ ਤੁਹਾਡੇ ਹਲਕੇ ਦੇ ਹੀ? ਮੇਰਾ ਕੋਈ ਬੈਂਸ ਸਾਹਿਬ ਨਾਲ ਕੋਈ ਵਿਰੋਧ ਨਹੀਂ ਹੈ। ਮੇਰਾ ਉਹਨਾਂ ਨਾਲ ਕੋਈ ਮੇਰਾ ਸਿਆਸੀ ਵਿਰੋਧ ਜ਼ਰੂਰ ਹੋ ਸਕਦਾ, ਪਰ ਮੇਰੀ ਪਰਸਨਲ ਉਹਨਾਂ ਨਾਲ ਦੋਸਤੀ ਜਿਵੇਂ ਪਹਿਲਾਂ ਸੀ, ਉਸੇ ਤਰੀਕੇ ਦਾ ਸਨਮਾਨ ਹੁਣ ਵੀ ਰਹੂਗਾ। ਜਿੱਥੇ ਮੈਨੂੰ ਮਿਲਣਗੇ ਉਸੇ ਸਨਮਾਨ ਨਾਲ ਹੀ ਉਹਨਾਂ ਨੂੰ ਮਿਲੂਗਾ। ਇੱਕ ਸਵਾਲ ਆ, ਤੁਹਾਡੇ ਹਲਕੇ ਦੇ ਹੀ ਵਰਕਰ ਜਿਹੜੇ ਨੇ ਉਹ ਕਹਿੰਦੇ ਨੇ ਕਿ ਸਨੀ ਕੈਂਥ ਨੇ ਵਰਕਰਾਂ ਨਾਲ ਨੇੜਤਾ ਨਹੀਂ ਬਣਾਈ। ਸਨੀ ਕੈਂਥ ਜਦੋਂ ਵੀ ਮਿਲਦੇ ਸੀਗੇ ਤਾਂ ਵਰਕਰਾਂ ਨੂੰ ਬੁਲਾਉਂਦੇ ਨਹੀਂ ਸੀਗੇ, ਅਤੇ ਆਖਿਰ ਉਹ ਕੀ ਵਜ੍ਹਾ ਸੀਗੀ ਕਿ ਉਹਨਾਂ ਦੇ ਨਾਲ ਤੁਹਾਡਾ ਤਾਲਮੇਲ ਨਹੀਂ ਹੋ ਪਾਇਆ? ਇਹ ਵੀ ਵਜ੍ਹਾ ਹੋ ਸਕਦੀ ਹੈ, ਜਾਂ ਇਹੀ ਹੈ ਕਿ ਤੁਸੀਂ ਜਿਹੜੇ ਵਰਕਰਾਂ ਦੇ ਉੱਤੇ ਜਿਸ ਤਰੀਕੇ ਨਾਲ ਇਲਜ਼ਾਮ ਲਾ ਰਹੇ ਹੋ ਤਾਂ ਕਿਤੇ ਨਾ ਕਿਤੇ ਉਹ ਵੀ ਤੁਹਾਡੇ 'ਤੇ ਸਵਾਲ ਖੜੇ ਕਰ ਰਹੇ ਨੇ ਕਿ ਸਨੀ ਕੈਂਥ ਸਾਡੇ ਨਾਲ ਮਿਲਦਾ ਨਹੀਂ ਸੀ ਆ ਕੇ? ਇਹ ਤਾਂ ਵੀ ਹੁਣ ਜਿਹੜੇ ਤੁਸੀਂ ਬੰਦੇ ਦੀ ਗੱਲ ਕਰਦੇ ਹੋ, ਕੀ ਪਤਾ ਉਹ ਇਸ ਚੀਜ਼ 'ਚ ਸ਼ਾਮਲ ਹੀ ਹੋਵੇ। ਫਿਰ ਹੁਣ ਕੋਈ ਨਾ ਕੋਈ ਤਾਂ ਕਹਿਣਾ ਹੀ ਆ। ਜਿਹੜੀ ਆ ਪੈਸੇ ਮੰਗਣ ਵਾਲੇ ਦੇ ਵਿੱਚ ਉਹ ਵੀ ਬੰਦੇ ਹੋ ਸਕਦੇ ਆ। ਸਨੀ ਕੈਂਥ ਦੀ ਰੈਲੀ ਤੁਸੀਂ ਵੀ ਆਏ ਸੀ, 5000 ਤੋਂ ਪਲੱਸ ਮੇਰੇ ਹਿਸਾਬ ਨਾਲ 7-8 ਹਜ਼ਾਰ ਬੰਦਾ ਹੋਊਗਾ। ਉਹ ਸਨੀ ਕੈਂਥ ਦੇ ਮੂੰਹ 'ਤੇ ਆਏ ਸੀ, ਅਤੇ ਉਹ ਜੇ ਮੈਂ ਕਿਸੇ ਨੂੰ ਬੁਲਾਉਂਦਾ ਨਾ ਹੋਵਾਂ ਤਾਂ ਉਹ ਇੰਨਾ 7-8 ਹਜ਼ਾਰ ਦਾ ਹਜੂਮ ਉੱਥੇ ਕਿਵੇਂ ਪਹੁੰਚ ਜਾਂਦਾ? 200 ਬੱਸਾਂ ਭਰ ਕੇ ਲੋਕ ਆਪਣੇ ਆਪ ਕਿੱਦਾਂ ਆ ਜਾਂਦੇ, ਗੱਡੀਆਂ ਲੈ ਕੇ ਕਿੱਦਾਂ ਆ ਜਾਂਦੇ? ਇਹ ਉਹ ਬੰਦਿਆਂ ਦੀ ਤੁਸੀਂ ਗੱਲ ਕਰ ਰਹੇ ਹੋ ਜਿਹੜੇ ਖੁਦ ਇਸ ਭ੍ਰਿਸ਼ਟਾਚਾਰ 'ਚ ਫਿਰ ਤਾਂ ਤੁਸੀਂ ਸਟੇਜ ਤੋਂ ਇਹ ਵੀ ਕਿਹਾ ਸੀਗਾ ਕਿ ਸਨੀ ਕੈਂਥ ਮਰ ਜੂਗਾ ਲੇਕਿਨ ਸਿਮਰਜੀਤ ਬੈਂਸ ਦਾ ਸਾਥ ਨਹੀਂ ਛੱਡੂਗਾ। ਮੈਂ ਤਾਂ ਹੁਣ ਵੀ ਕਹਿੰਦਾ ਜੀ, ਮੈਂ ਤਾਂ ਹੁਣ ਵੀ ਕਹਿੰਦਾ
ਸਾਥ ਦੀ ਗੱਲ ਇਹ ਨਹੀਂ, ਪੋਲੀਟੀਕਲ ਸਾਥ ਹਮੇਸ਼ਾ ਸਾਰੀ ਉਮਰ ਪੋਲੀਟੀਕਲ ਸਾਥ ਬੰਦੇ ਦਾ ਰਹਿੰਦਾ ਆ, ਬੰਦੇ ਦਾ ਨਿੱਜੀ ਸਾਥ ਵੀ ਹੁੰਦਾ। ਮੇਰਾ ਉਹਨਾਂ ਨਾਲ ਨਿੱਜੀ ਸਾਥ ਹੁਣ ਵੀ ਰਹੂਗਾ। ਮੈਂ ਤਾਂ ਕਹਿ ਰਿਹਾ ਮੇਰਾ ਉਹਨਾਂ ਨਾਲ ਪਰਿਵਾਰਕ ਰਿਸ਼ਤਾ ਹੁਣ ਵੀ ਹੈਗਾ ਤੇ ਅੱਗੇ ਵੀ ਰਹੂਗਾ। ਜਿੱਥੇ ਮਿਲਣਗੇ ਉਸੇ ਸਨਮਾਨ ਨਾਲ ਮਿਲੂਗਾ। ਸਿਮਰਜੀਤ ਬੈਂਸ ਨੂੰ ਭਾਜਪਾ 'ਚ ਲੈ ਕੇ ਆਉਣ ਦੀ ਤਿਆਰੀ ਹੈ? ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਨਾ ਮੇਰੀ ਉਹਨਾਂ ਨਾਲ ਕੋਈ ਇੱਦਾਂ ਦੀ ਗੱਲ ਹੋਈ ਆ, ਨਾ ਉਹਨਾਂ ਨੇ ਮੇਰੇ ਨਾਲ ਕੋਈ ਇੱਦਾਂ ਦੀ ਗੱਲ ਕੀਤੀ ਆ। ਮੈਨੂੰ ਨਹੀਂ ਲੱਗਦਾ ਵੀ ਉਹ ਭਾਜਪਾ 'ਚ ਸ਼ਾਮਲ ਹੋਣਗੇ। ਜੇ ਉਹਨਾਂ ਨੇ ਹੋਣਾ ਹੁੰਦਾ ਤਾਂ 2022 ਵਾਲੀ ਇਲੈਕਸ਼ਨ 'ਚ ਪਹਿਲਾਂ ਹੀ ਹੋ ਜਾਣਾ ਸੀ, ਪਰ ਮੈਨੂੰ ਲੱਗਦਾ ਨਹੀਂ ਕੋਈ ਇੱਦਾਂ ਦੀ ਗੱਲ ਹੋਊਗੀ। ਹੁਣ ਅੱਗੇ ਕੀ ਫਿਊਚਰ ਤੁਸੀਂ ਕੀ ਸੋਚਿਆ? ਕੀ ਲੱਗਦਾ ਕਿ ਪਾਰਟੀ ਤੋਂ ਵੱਖ ਹੋ ਗਏ ਹੋ ਤੇ ਅੱਗੇ ਜਿਹੜਾ ਰਾਜਨੀਤਿਕ ਸਫ਼ਰ ਹੈ ਉਸ ਦੇ ਲਈ ਕਿਸ ਤਰੀਕੇ ਦੀ ਤਿਆਰੀ ਹੈ? ਦੇਖੋ, ਬੀਜੇਪੀ ਦੇ ਐਜ਼ ਅ ਕਾਰਿਆਕਰਤਾ ਸ਼ਾਮਲ ਹੋਇਆ। ਜੋ ਭਾਰਤੀ ਜਨਤਾ ਪਾਰਟੀ ਮੇਰੀ ਜ਼ਿੰਮੇਵਾਰੀ ਲਾਊਗੀ, ਜੋ ਡਿਊਟੀ ਮੇਰੀ ਲਾਊਗੀ ਐਜ਼ ਅ ਵਰਕਰ, ਉਹਨੂੰ ਪੂਰੀ ਤਨਦੇਹੀ ਨਾਲ ਨਿਭਾਊਂਗਾ। ਔਰ ਕਦੇ ਵੀ ਨਿਰਾਸ਼ਾ, ਉਹਨਾਂ ਨੂੰ ਮੇਰੇ ਤੋਂ ਨਿਰਾਸ਼ਾ ਨਹੀਂ ਮਹਿਸੂਸ ਹੋਊਗੀ, ਹਮੇਸ਼ਾ ਮਾਣ ਮਹਿਸੂਸ ਹੋਊਗਾ। ਸੋ ਸਾਫ਼ ਤੌਰ ਤੇ ਭਾਜਪਾ ਆਗੂ ਸਨੀ ਕੈਂਥ ਜਿਹੜੇ ਕਿਸੇ ਸਮੇਂ ਲੋਕ ਇਨਸਾਫ ਪਾਰਟੀ ਦਾ ਹਿੱਸਾ ਹੁੰਦੇ ਸੀ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਅਲਵਿਦਾ ਕਹਿਣ ਦਾ ਮੇਨ ਮਕਸਦ ਹੀ ਵਰਕਰ ਨੇ, ਕਿਉਂਕਿ ਵਰਕਰਾਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਲੋਕਾਂ ਕੋਲੋਂ ਬਲੈਕਮੇਲ ਕਰਕੇ ਪੈਸੇ ਮੰਗੇ ਜਾਂਦੇ ਸੀ ਤਾਂ ਉਸ ਤੋਂ ਦੁਖੀ ਸੀ। ਕਈ ਵਾਰ ਪਾਰਟੀ ਦੇ ਮੁਖੀ ਨੂੰ ਵੀ ਦੱਸਿਆ ਗਿਆ ਪਰ ਕੋਈ ਵੀ ਸੁਣਵਾਈ ਨਹੀਂ ਹੋਈ, ਜਿਸ ਤੋਂ ਅੱਕਦੇ ਹੋਏ ਉਹਨਾਂ ਨੇ ਪਾਰਟੀ ਨੂੰ ਅਲਵਿਦਾ ਕਿਹਾ ਹੈ। ਉਹਨਾਂ ਕਿਹਾ ਕਿ ਉਹ ਨਿੱਜੀ ਤੌਰ ਤੇ ਸਿਮਰਜੀਤ ਸਿੰਘ ਬੈਂਸ ਦੇ ਨਾਲ ਨੇ ਪਰ ਸਿਧਾਂਤਾਂ ਦੇ ਤੌਰ ਤੇ ਬੀਜੇਪੀ ਪਾਰਟੀ ਦੇ ਨਾਲ ਨੇ। ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਉਹ ਪਾਰਟੀ ਦੇ ਲਈ ਤਨਦੇਹੀ ਦੇ ਨਾਲ ਕੰਮ ਕਰਨਗੇ, ਜੋ ਵੀ ਪਾਰਟੀ ਜ਼ਿੰਮੇਵਾਰੀ ਦੇਗੀ ਉਸ ਨੂੰ ਉਹ ਬਾਖੂਬੀ ਨਿਭਾਉਣਗੇ। ਲੁਧਿਆਣਾ ਤੋਂ ਰਜਿੰਦਰ ਅਰੋੜਾ, ਗਲੋਬਲ ਪੰਜਾਬ ਟੀਵੀ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।